ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਹਿਸਟਰੀ ਵਿੱਚ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਸਰਦਾਰ ਰਾਮ ਸਿੰਘ ਹੁਣਾਂ ਦੇ ਨਾਲ ਗੱਲ ਕੀਤੀ, ਜਿੱਦਾਂ ਕਿ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਦੱਸਿਆ ਸੀ, ਅੱਜ ਫੇਰ ਦੁਹਰਾਉਣਾ ਕਿ ਉਹਨਾਂ ਦੀ ਖਾਸ ਤੌਰ ਦੇ ਉੱਪਰ ਇਤਿਹਾਸ ਦੇ ਉਸ ਕਾਂਡ ਦੇ ਉੱਪਰ ਬੜੀ ਡੂੰਘੀ ਪਕੜ ਹੈ ਕਿ ਕਿਵੇਂ 1850 ਤੋਂ ਲੈ ਕੇ 1900 ਤੱਕ 5 ਦਹਾਕੇ 50 ਵਰਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿਵੇਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ, ਸਿਆਸੀ ਤੌਰ ਦੇ ਉੱਪਰ, ਸੱਭਿਆਚਾਰ ਤੌਰ ਦੇ ਉੱਪਰ, ਧਾਰਮਿਕ ਤੌਰ ਦੇ ਉੱਪਰ ਕਿਵੇਂ ਤਬਦੀਲੀ ਵਾਪਰੀ। ਕਈ ਤਬਦੀਲੀਆਂ ਸੀ ਤੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਖੀਰਲੇ ਪਾਰਟ ਦੇ ਵਿੱਚ ਗੱਲ ਇੱਥੇ ਛੱਡੀ ਸੀ ਕਿ ਕਿਵੇਂ ਕੂਕਾ ਲਹਿਰ ਦਾ ਦੇਸ਼ ਭਗਤੀ ਦੀ ਲੜਾਈ ਦੇ ਵਿੱਚ ਮਹੱਤਵਪੂਰਨ ਯੋਗਦਾਨ ਸੀ, ਕਿਵੇਂ ਸੀ ਉਹਦੇ ਬਾਰੇ ਅੱਜ ਦੀ ਜਿਹੜੀ ਡਿਟੇਲ ਆ ਉਹ ਸਰਦਾਰ ਰਾਮ ਸਿੰਘ ਹੁਣਾਂ ਕੋਲ ਲਵਾਂਗੇ। ਅੱਜ ਸਾਡੀ ਬੇਨਤੀ ਦੇ ਉੱਪਰ ਦੁਬਾਰਾ ਸਟੂਡੀਓ ਦੇ ਵਿੱਚ ਹਾਜ਼ਰ ਨੇ ਔਰ ਬੜੀਆਂ ਮਹੱਤਵਪੂਰਨ ਕੰਮ ਦੀਆਂ ਗੰਭੀਰ ਗੱਲਾਂ ਦੱਸੀਆਂ ਜਿਹੜੀਆਂ ਅਸੀਂ ਕਿਸੇ ਵੀ ਸਿਲੇਬਸ ਦੇ ਵਿੱਚ ਨਹੀਂ ਪੜ੍ਹੀਆਂ, ਕਿਉਂਕਿ ਸਾਡਾ ਇਤਿਹਾਸ ਜਿਹੜੀਆਂ ਸਥਾਨਕ ਹਾਕਮਾਂ ਦੀਆਂ ਸਰਕਾਰਾਂ ਹੁੰਦੀਆਂ ਉਹਨਾਂ ਵੱਲੋਂ ਦਬਾ ਲਿਆ ਜਾਂਦਾ ਜਾਂ ਲੋਕਾਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ। ਸੋ ਅਸੀਂ ਇਸ ਇਤਿਹਾਸ ਤੋਂ ਅਵੇਸਲੇ ਹਾਂ। ਸੋ ਇਹ ਪ੍ਰੋਗਰਾਮ ਦਾ ਮਕਸਦ ਹੀ ਇਹੋ ਹੈ ਕਿ ਜਿਹੜੇ ਇਤਿਹਾਸ ਤੋਂ ਅਸੀਂ ਅਵੇਸਲੇ ਰਹੇ ਹਾਂ ਉਹ ਇਤਿਹਾਸ ਨੂੰ ਜਾਣੀਏ। ਸੋ ਆਓ ਜੀ ਅਗਲੀ ਗੱਲ ਸਰਦਾਰ ਰਾਮ ਸਿੰਘ ਹੁਣਾਂ ਦੇ ਨਾਲ ਕਰਦੇ ਹਾਂ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ। ਹਾਂਜੀ, ਮੈਂ ਅੱਜ ਆਪਾਂ ਗੱਲ ਸ਼ੁਰੂ ਕਰਦੇ ਹਾਂ ਕੂਕਾ ਲਹਿਰ ਤੋਂ ਜੀ, ਜਾਂ ਇਸ ਨੂੰ ਨਾਮਧਾਰੀ ਮੂਵਮੈਂਟ ਵੀ ਕਿਹਾ ਜਾ ਸਕਦਾ ਹੈ, ਨਾਮਧਾਰੀ ਲਹਿਰ ਵੀ ਕਿਹਾ ਜਾ ਸਕਦਾ ਹੈ ਜੀ, ਜਿਸ ਦਾ ਸਾਡੀ ਆਜ਼ਾਦੀ ਦੀ ਲੜਾਈ ਦੇ ਵਿੱਚ ਜੰਗੇ ਆਜ਼ਾਦੀ 'ਚ ਇੱਕ ਬਹੁਤ ਅਹਿਮ ਭੂਮਿਕਾ ਰਹੀ ਹੈ। ਠੀਕ ਹੈ। ਨਾਮਧਾਰੀ ਮੂਵਮੈਂਟ ਜਾਂ ਇੱਕ ਲਹਿਰ, ਇਹ ਬਾਬਾ ਰਾਮ ਸਿੰਘ ਦੇ ਸਮੇਂ ਤੋਂ ਸਥਾਪਿਤ ਹੁੰਦੀ ਹੈ ਇੱਕ ਲਹਿਰ ਦੇ ਤੌਰ 'ਤੇ। ਠੀਕ ਹੈ। ਸੋ ਇਸ ਲਈ ਇਸ ਲਹਿਰ ਬਾਰੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਬਾਬਾ ਰਾਮ ਸਿੰਘ ਬਾਰੇ ਥੋੜ੍ਹਾ ਜਿਹੀ ਜਾਣਕਾਰੀ, ਉਹਨਾਂ ਦੀ ਜ਼ਿੰਦਗੀ ਦੀ ਨਿੱਜੀ ਜਾਣਕਾਰੀ, ਜੀਵਨ ਦੀ ਜਾਣਕਾਰੀ ਜੀ, ਉਹ ਜ਼ਰੂਰੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਮਾਹੌਲ 'ਚੋਂ ਉਹ ਉੱਭਰ ਕੇ ਆਉਂਦੇ ਨੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਕੀ ਨਿਸ਼ਾਨੇ ਨੇ, ਕੀ ਟੀਚੇ ਨੇ ਅੱਗੇ ਆਪਣੀ ਜ਼ਿੰਦਗੀ 'ਚ ਕੰਮ ਕਰਨ ਦੇ, ਉਹ ਥੋੜ੍ਹੇ ਹੋਰ ਜ਼ਿਆਦਾ ਸਾਫ਼ ਹੋ ਜਾਂਦੇ ਨੇ, ਸਪਸ਼ਟ ਹੋ ਜਾਂਦੇ ਨੇ ਜੀ। ਬਾਬਾ ਰਾਮ ਸਿੰਘ ਲੁਧਿਆਣੇ ਦੇ ਨੇੜੇ ਇੱਕ ਪਿੰਡ ਹੈ ਭੈਣੀ ਰਾਈਆਂ। ਠੀਕ ਹੈ ਜੀ। ਜਿੱਥੇ ਉਹਨਾਂ ਦਾ ਜਨਮ ਹੋਇਆ 1816 'ਚ। ਠੀਕ ਹੈ ਜੀ। 1816 ਈਸਵੀ ਤੋਂ ਬਾਅਦ ਉਹ ਆਪਣੇ ਪਿੰਡ 'ਚ ਹੀ ਥੋੜ੍ਹਾ ਬਹੁਤ ਜਿੰਨੀ ਕੁ ਜਿਸ ਤਰ੍ਹਾਂ ਦੀ ਐਜੂਕੇਸ਼ਨ ਉਸ ਵੇਲੇ ਸੀ ਰਣਜੀਤ ਸਿੰਘ ਦੇ ਟਾਈਮ 'ਚ, ਉਸ ਵੇਲੇ ਉਹ ਆਪਣੀ ਥੋੜ੍ਹੀ ਬਹੁਤ ਐਜੂਕੇਸ਼ਨ ਗ੍ਰਹਿਣ ਕਰਦੇ ਨੇ ਜੀ। ਉਹਨਾਂ ਦਾ ਇੱਕ ਰਿਸ਼ਤੇਦਾਰ ਲਾਹੌਰ 'ਚ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਕੰਮ ਕਰਦਾ ਹੈ ਜੀ। ਉਹ ਇਹਨਾਂ ਨੂੰ ਲੈ ਜਾਂਦਾ ਹੈ, ਤਕਰੀਬਨ ਉਸ ਵੇਲੇ ਇਹਨਾਂ ਦੀ ਉਮਰ 21 ਸਾਲ ਦੇ ਕਰੀਬ ਹੈ, 1837 'ਚ ਲਾਹੌਰ 'ਚ। ਔਰ ਲਾਹੌਰ 'ਚ ਲਿਜਾ ਕੇ ਉਹ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਇਹਨਾਂ ਨੂੰ ਭਰਤੀ ਕਰਵਾ ਦਿੰਦਾ ਹੈ, ਜਾਂ ਇਹ ਹੋ ਜਾਂਦੇ ਨੇ ਐਜ਼ ਏ ਰਿਕਰੂਟ ਭਰਤੀ ਹੁੰਦੇ ਨੇ ਉੱਥੇ। ਭਰਤੀ ਹੋਣ ਤੋਂ ਬਾਅਦ ਨੌਨਿਹਾਲ ਸਿੰਘ, ਕੰਵਰ ਨੌਨਿਹਾਲ ਸਿੰਘ ਦੇ ਰਸਾਲੇ 'ਚ ਇਹਨਾਂ ਨੂੰ ਰਸਾਲਦਾਰ ਦੇ ਤੌਰ 'ਤੇ ਅਹੁਦਾ ਦਿੱਤਾ ਜਾਂਦਾ ਔਰ ਉਹਨਾਂ ਦੇ ਰਸਾਲੇ 'ਚ ਹੀ ਇਹ ਕੰਮ ਕਰਦੇ ਨੇ ਜੀ। 1841 ਦੇ ਆਸ-ਪਾਸ ਨੌਨਿਹਾਲ ਸਿੰਘ ਦੇ ਰਸਾਲੇ ਦੇ ਵਿੱਚ ਇਹ ਜਾਂਦੇ ਨੇ। ਅਟਕ ਡਿਸਟ੍ਰਿਕਟ ਜਿਹੜਾ ਉਸ ਵੇਲੇ ਸੀ ਜੀ, ਉੱਥੇ ਖਜ਼ਾਨਾ ਉੱਥੋਂ ਪ੍ਰੋਟੈਕਟ ਕਰਕੇ ਲਾਹੌਰ 'ਚ ਲਿਆਉਣ ਲਈ, ਉਸ ਮਕਸਦ ਲਈ ਉੱਥੇ ਜਾਂਦੇ ਨੇ। ਠੀਕ ਹੈ। ਅਤੇ ਉੱਥੇ ਜਾ ਕੇ ਇੱਕ ਸਥਾਨ ਉੱਥੇ ਹਜ਼ਰੋ ਹੈ ਜਿੱਥੇ ਬਾਲਕ ਸਿੰਘ, ਬਾਬਾ ਬਾਲਕ ਸਿੰਘ ਨਾਂ ਦਾ ਜੀ ਇੱਕ ਸੰਤ ਫਕੀਰ ਕਿਸਮ ਦਾ ਬੰਦਾ ਉਹ ਰਹਿੰਦਾ, ਜਿਸ ਦੀ ਮਹਿਮਾ ਹੈ ਉੱਥੇ ਉਸ ਆਸ-ਪਾਸ ਦੇ ਇਲਾਕੇ 'ਚ ਜੀ। ਹਾਲਾਂਕਿ ਇਹ ਫੌਜ ਸੀ, ਪਰ ਫਿਰ ਵੀ ਉਹਨਾਂ ਦੀ ਚੰਗੀ ਮਹਿਮਾ ਸੁਣ ਕੇ ਉਹਨਾਂ ਨੂੰ ਮਿਲਣ ਚਲੇ ਜਾਂਦੇ ਨੇ। ਔਰ ਉਹਨਾਂ ਨੂੰ ਮਿਲਣ ਜਾਂਦਿਆਂ ਹੀ ਕਿਹਾ ਇਹ ਜਾਂਦਾ ਹੈ ਕਿ ਬਾਲਕ ਸਿੰਘ ਦੇ, ਬਾਬਾ ਬਾਲਕ ਸਿੰਘ ਦੇ ਮਨ 'ਚ ਇਹ ਆਉਂਦਾ ਹੈ ਕਿ ਉਹ ਇਹਨਾਂ ਨੂੰ ਦੇਖਦਿਆਂ ਹੀ ਇਹ ਕਹਿੰਦਾ ਹੈ ਕਿ ਮੈਂ ਤਾਂ ਤੈਨੂੰ ਕਦੇ ਦਾ ਉਡੀਕ ਰਿਹਾ ਸੀ, ਤੂੰ ਹੁਣ ਆਇਆ ਮੇਰੇ ਕੋਲ। ਠੀਕ ਹੈ। ਅਤੇ ਚਲੋ ਉਹਨਾਂ ਦੀ ਗੱਲਬਾਤ ਤੋਂ ਬਾਅਦ ਆਖਰ ਬਾਬਾ ਬਾਲਕ ਸਿੰਘ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਸੌਂਪਦੇ ਨੇ। ਔਰ ਉਹ ਜ਼ਿੰਮੇਵਾਰੀ ਕੀ ਹੈ? ਇੱਕ ਤਾਂ ਉਹਨਾਂ ਨੂੰ ਨਾਮ ਸਿਮਰਨ ਦਾ,
ਨਾਮ ਦੀ ਸਿੱਖਿਆ ਦਿੰਦੇ ਨੇ ਕਿ ਇਹ ਨਾਮ ਹੈ ਭਾਈ, ਜਿਸ ਤੋਂ ਬਾਅਦ ਉਹ ਨਾਮਧਾਰੀ ਮੂਵਮੈਂਟ ਬਣੀ ਉਸੇ ਨਾਮ ਤੋਂ ਹੀ ਨਾਮ ਤੋਂ ਹੀ ਉਹ ਨਾਮਧਾਰੀ ਫਿਰ ਅੱਗੇ ਚੀਜ਼ਾਂ ਬਣੀਆਂ ਉਹ ਸਾਰੀਆਂ। ਅੱਛਾ, ਉਦੋਂ ਕਿਹਾ ਜਾਂਦਾ ਹੈ ਕਿ 5 ਪਤਾਸੇ 5 ਪੈਸੇ ਤੇ ਨਾਰੀਅਲ ਲੈ ਕੇ ਬਾਬਾ ਬਾਲਕ ਸਿੰਘ ਨੇ ਬਾਬਾ ਰਾਮ ਸਿੰਘ ਨੂੰ ਬਾਕਾਇਦਾ ਉਹਨਾਂ ਦੀ ਝੋਲੀ 'ਚ ਪਾ ਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਉਹ ਸੌਂਪਣ ਤੋਂ ਬਾਅਦ ਉਹਨਾਂ ਦਾ ਧਿਆਨ ਜਿੱਥੇ ਨਾਮ ਸਿਮਰਨ ਵੱਲ ਰਿਹਾ, ਉੱਥੇ ਨਾਲ ਦੀ ਨਾਲ ਹੋਰ ਚੀਜ਼ਾਂ ਵੀ ਜਿਹੜੀਆਂ ਉਸ ਵੇਲੇ ਰਣਜੀਤ ਸਿੰਘ ਦੇ, ਕਿਉਂਕਿ ਉਹ ਸਮਾਂ ਸੀ ਜਦੋਂ ਰਣਜੀਤ ਸਿੰਘ ਦੀ ਮ੍ਰਿਤੂ ਹੋ ਚੁੱਕੀ ਸੀ ਜੀ, ਔਰ ਉਸ ਤੋਂ ਬਾਅਦ ਉਹਦੇ ਵਾਰਸਾਂ ਦਾ ਜਿਸ ਤਰ੍ਹਾਂ ਦਾ ਮਾਹੌਲ ਲਾਹੌਰ ਦੇ ਵਿੱਚ ਚੱਲ ਰਿਹਾ ਸੀ, ਆਪਸੀ ਕਤਲੋ-ਗਾਰਤ ਦਾ, ਜਾਂ ਦਰਬਾਰ ਦੇ ਵਿੱਚ ਵਜ਼ੀਰਾਂ ਦਾ ਔਰ ਡੋਗਰਿਆਂ ਦਾ ਬਹੁਤ ਵੱਡਾ ਰੋਲ ਸੀ। ਉਹਨਾਂ ਦੀ ਜਿਸ ਤਰ੍ਹਾਂ ਦੀ ਟਸਲ ਚੱਲ ਰਹੀ ਸੀ, ਉਹ ਸਾਰਾ ਕੁਝ ਵੀ ਉਹਨਾਂ ਦੇ ਸਾਹਮਣੇ ਸੀ, ਤੇ ਉਹ ਸਾਰੇ ਕੁਝ ਦਾ ਪ੍ਰਤੀਕਰਮ ਉਹਨਾਂ ਦੇ ਮਨ 'ਚ ਜੋ ਬਣ ਰਿਹਾ ਸੀ, ਉਹ ਵੀ ਉਸ ਵੇਲੇ ਇੱਕ ਰੂਪ ਧਾਰ ਰਿਹਾ ਸੀ। ਠੀਕ ਹੈ। ਅੱਛਾ, ਇਤਫਾਕ ਇਹ ਹੁੰਦਾ, ਇਤਫਾਕ ਕੀ ਇਹ ਤਾਂ ਮਤਲਬ ਹੋਣਾ ਹੀ ਸੀ ਇਸ ਤਰ੍ਹਾਂ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ। 1845 'ਚ ਜਦੋਂ ਪਹਿਲੀ ਜੰਗ ਅੰਗਰੇਜ਼ਾਂ ਤੇ ਖਾਲਸਾ ਫੌਜ ਦੇ ਦਰਮਿਆਨ ਮੁਦਕੀ 'ਚ ਹੁੰਦੀ ਹੈ, ਉਹਦੇ 'ਚ ਬਾਬਾ ਰਾਮ ਸਿੰਘ ਬਾਬਾ ਰਾਮ ਸਿੰਘ ਭਾਗ ਲੈਂਦੇ ਨੇ। ਠੀਕ ਹੈ। ਪਰ ਉਹ ਜਰਨੈਲਾਂ ਦੀ ਅਣਗਹਿਲੀ ਕਾਰਨ ਜਾਂ ਉਹਨਾਂ ਦੀ ਜਾਂ ਕਿਸੇ ਤਰ੍ਹਾਂ ਦੀ ਬਦਦਿਆਨਤੀ ਕਾਰਨ ਉਹ ਜੰਗ ਉਹ ਹਾਰ ਜਾਂਦੇ ਨੇ, ਖਾਲਸਾ ਫੌਜ ਹਾਰ ਜਾਂਦੀ ਹੈ। ਅਤੇ ਉਸ ਦੇ ਹਾਰਨ ਤੋਂ ਬਾਅਦ ਬਾਬਾ ਰਾਮ ਸਿੰਘ ਦੇ ਮਨ 'ਤੇ ਇੰਨਾ ਵੱਡਾ ਪ੍ਰਭਾਵ ਪੈਂਦਾ ਹੈ ਕਿ ਐਡਾ ਵੱਡਾ ਰਾਜ ਜਿਹੜਾ ਕਿਸ ਤਰੀਕੇ ਨਾਲ ਸਥਾਪਿਤ ਹੋਇਆ, ਔਰ ਅੱਜ ਉਹ ਨਾ ਅਹਿਲ ਜਰਨੈਲਾਂ ਦੇ ਰੋਲ ਕਰਕੇ ਹਾਰਨ ਦੇ ਕਿਨਾਰੇ 'ਤੇ ਚਲਾ ਗਿਆ। ਉਹਨਾਂ ਦੇ ਮਨ 'ਚ ਇੱਕ ਬੜੀ ਨਿਰਾਸ਼ਾ ਹੁੰਦੀ ਹੈ, ਔਰ ਉਸ ਨਿਰਾਸ਼ਾ 'ਚੋਂ ਉਹ ਫੌਜ ਛੱਡ ਕੇ ਵਾਪਸ ਆਪਣੇ ਪਿੰਡ ਭੈਣੀ ਆ ਜਾਂਦੇ ਨੇ। ਉਸ ਤੋਂ ਬਾਅਦ ਫਿਰ ਅੱਗੇ ਕੀ ਹੁੰਦਾ ਹੈ ਇਹ ਵੀ ਤੁਹਾਡੇ ਕੋਲ ਜਾਣਦੇ ਹਾਂ, ਲੇਕਿਨ ਸਮਾਂ ਹੁਣ ਇੱਕ ਵਕਫੇ ਦਾ ਹੋ ਗਿਆ ਜੀ। ਦੇਖੋ ਜੀ, ਇਤਿਹਾਸ ਦਾ ਉਹ ਮੋੜ, ਇਸ ਬਾਰੇ ਮੈਨੂੰ ਨਹੀਂ ਸੀ ਪਤਾ ਕਿ ਨਾਮਧਾਰੀਆਂ ਦੇ ਜਿਹੜੇ ਪਹਿਲੇ ਗੁਰੂ ਸੀ ਸਤਿਗੁਰੂ ਰਾਮ ਸਿੰਘ ਔਰ ਮਹਾਰਾਜਾ ਰਣਜੀਤ ਸਿੰਘ ਦੇ ਰਸਾਲੇ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦੀ ਫੌਜ ਦੇ ਵਿੱਚ, ਬਿਲਕੁਲ ਨਹੀਂ ਸੀ ਪਤਾ। ਨਵੀਂ ਜਾਣਕਾਰੀ ਤੁਹਾਡੇ ਵਾਸਤੇ ਵੀ ਨਵੀਂ ਹੋਏਗੀ। ਇਸ ਤੋਂ ਬਾਅਦ ਅੱਗੇ ਕੀ ਹੁੰਦਾ, ਮੁਦਕੀ ਦੀ ਜੰਗ ਹਾਰਨ ਤੋਂ ਬਾਅਦ ਰਾਮ ਸਿੰਘ, ਸਤਿਗੁਰੂ ਰਾਮ ਸਿੰਘ ਨਾਮਧਾਰੀ ਪਰੰਪਰਾ ਦੇ ਪਹਿਲੇ ਗੁਰੂ, ਉਹਨਾਂ ਦੇ ਮਨ 'ਤੇ ਕੀ ਅਸਰ ਹੁੰਦਾ, ਕਿਵੇਂ ਉਹਨਾਂ ਦੀ ਜ਼ਿੰਦਗੀ ਤਬਦੀਲ ਹੁੰਦੀ। ਜਿੱਦਾਂ ਸਰਦਾਰ ਰਾਮ ਸਿੰਘ ਉਹਨਾਂ ਨੇ ਦੱਸਿਆ ਕਿ ਆਪਣੇ ਪਿੰਡ ਫਿਰ ਚਲੇ ਜਾਂਦੇ ਨੇ ਵਾਪਸ। ਅਗਲੀ ਗੱਲ ਇਸ ਵਕਫੇ ਤੋਂ ਬਾਅਦ ਜਾਣਦੇ ਹਾਂ। ਇਸ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਹਿਸਟਰੀ ਵਿੱਚ। ਔਰ ਇਤਿਹਾਸ ਦਾ ਉਹ ਕਾਂਡ, ਉਹ ਪੰਨਾ ਅੱਜ ਸਾਡੇ ਨਾਲ ਸਰਦਾਰ ਰਾਮ ਸਿੰਘ ਸਾਂਝਾ ਕਰ ਰਹੇ ਨੇ। ਇਤਫਾਕਨ ਕਿਵੇਂ ਨਾਮ ਮਿਲੇ ਨੇ ਅੱਜ ਜਿਹੜੇ ਸਾਡੇ ਨਾਲ ਇਤਿਹਾਸਕਾਰ ਖੋਜੀ ਸਰਦਾਰ ਰਾਮ ਸਿੰਘ ਜੀ ਬੈਠੇ ਹੋਏ ਨੇ। ਗੱਲ ਨਾਮਧਾਰੀ ਪਰੰਪਰਾ ਦੇ ਪਹਿਲੇ ਗੁਰੂ ਸਤਿਗੁਰੂ ਰਾਮ ਸਿੰਘ ਉਹਨਾਂ ਦੀ ਚੱਲ ਰਹੀ ਹੈ ਕਿ ਕਿਵੇਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਸਾਲੇ ਦੇ ਵਿੱਚ ਹੁੰਦੇ ਸੀ। ਮੁਦਕੀ ਦੀ ਜੰਗ ਹਾਰਨ ਤੋਂ ਬਾਅਦ ਜਦੋਂ ਖਾਲਸਾ ਫੌਜ ਹਾਰ ਗਈ ਤਾਂ ਉਹਨਾਂ ਦੇ ਮਨ ਦੇ ਉੱਪਰ ਬੜਾ ਅਸਰ ਹੋਇਆ ਕਿ ਕਿਵੇਂ ਸਾਡੇ ਜਰਨੈਲਾਂ ਦੀਆਂ ਨਲਾਇਕੀਆਂ ਕਰਕੇ, ਉਹਨਾਂ ਦੀਆਂ ਗੱਦਾਰੀਆਂ ਕਰਕੇ ਜਿਹੜੀ ਇਹ ਫੌਜ ਹਾਰ ਗਈ ਹੈ, ਅਤੇ ਉਸ ਤੋਂ ਬਾਅਦ ਨਿਰਾਸ਼ ਹੋ ਕੇ ਵਾਪਸ ਪਿੰਡ ਪਰਤ ਆਏ। ਉਸ ਤੋਂ ਬਾਅਦ ਅੱਗੇ ਕੀ ਵਾਪਰਦਾ, ਉਹਨਾਂ ਦੇ ਸੁਭਾਅ ਦੇ ਵਿੱਚ ਕਿਵੇਂ ਤਬਦੀਲੀ ਆਉਂਦੀ ਹੈ, ਉਹ ਜਾਣਦੇ ਹਾਂ। ਸਰ ਦੱਸੋ ਜੀ ਅੱਗੇ ਫਿਰ ਕੀ ਹੁੰਦਾ ਹੈ। 45 'ਚ ਭੈਣੀ ਪਿੰਡ ਆਉਣ ਤੋਂ ਬਾਅਦ ਉਹ ਲੋਕਲ ਤੌਰ 'ਤੇ ਲੋਕਲੀ ਥੋੜ੍ਹੇ ਬਹੁਤ ਆਪਣੇ ਜਿਹੜੇ ਉਹਨਾਂ ਦੇ ਸਹਿਯੋਗੀ ਜਾਂ ਜਿਹੜੇ ਫੌਜ 'ਚੋਂ ਰਿਟਾਇਰ ਹੋ ਕੇ ਜਾਂ ਫੌਜ ਛੱਡ ਕੇ ਆਏ ਬੰਦੇ ਸੀ, ਉਹਨਾਂ ਨਾਲ ਉਹ ਥੋੜ੍ਹਾ ਬਹੁਤ ਆਪਣੀ ਸਲਾਹ ਮਸ਼ਵਰਾ ਜਾਂ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਨੇ ਜੀ। ਪਰ ਇੱਕ ਗੱਲ ਉਹਨਾਂ ਦੇ ਮਨ 'ਚ ਬੜੀ ਪੱਕੀ ਤਰ੍ਹਾਂ ਖੁੱਭੀ ਹੋਈ ਹੈ। ਉਹ ਗੱਲ ਇਹ ਹੈ ਕਿ ਅੰਗਰੇਜ਼ਾਂ ਦੇ ਹੱਥ 'ਚ ਜਿਹੜਾ ਪੰਜਾਬ ਗਿਆ 49 ਦੇ ਵਿੱਚ, 45 ਤੋਂ 49 ਤੱਕ ਦਾ ਸਮਾਂ ਉਹਨਾਂ ਦਾ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਪਰਪੱਕ ਕਰਨ ਦਾ ਸਮਾਂ ਜੀ। ਉਸ ਵੇਲੇ ਉਹ ਸਾਰੀਆਂ ਜੰਗਾਂ ਦੇਖ ਰਹੇ ਨੇ ਜਿਨ੍ਹਾਂ ਜੰਗਾਂ ਦੇ ਵਿੱਚ ਖਾਲਸਾ ਫੌਜ ਦੀ ਹਾਰ ਹੋ ਰਹੀ ਹੈ ਬਾਰ-ਬਾਰ, ਔਰ ਅੰਗਰੇਜ਼ ਪੰਜਾਬ 'ਤੇ ਹਾਵੀ ਹੋ ਰਹੇ ਨੇ, ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਯਤਨਸ਼ੀਲ ਨੇ, ਔਰ ਆਖਰ 1849 ਦੇ ਵਿੱਚ ਪੂਰੀ ਤਰ੍ਹਾਂ ਪੰਜਾਬ ਨੂੰ ਆਪਣੇ ਕਬਜ਼ੇ 'ਚ ਕਰ ਲੈਂਦੇ ਨੇ। ਠੀਕ ਹੈ। ਇਹ ਸਾਰੇ ਪ੍ਰੋਸੈਸ 'ਚ ਇੱਕ ਗੱਲ ਉਹਨਾਂ ਦੇ ਮਨ 'ਚ ਪੱਕੇ ਤੌਰ 'ਤੇ ਹੈ ਕਿ ਇਹਨਾਂ ਨੂੰ ਅੰਗਰੇਜ਼ ਇਹ ਬਾਹਰੋਂ ਆਈ ਕੌਮ ਹੈ, ਜਾਂ ਇਹਨਾਂ ਨੂੰ ਇੱਥੇ ਰਾਜ ਨਹੀਂ ਕਰਨਾ ਚਾਹੀਦਾ, ਇਹ ਸਾਡੇ ਅਨੁਕੂਲ ਨਹੀਂ ਹੈ ਇਹਨਾਂ ਦਾ ਰਾਜ। ਠੀਕ ਹੈ। ਔਰ ਉਹਨਾਂ ਦੀ ਹਰ ਗੱਲ ਦਾ
ਅੰਦਰ ਖਾਤੇ ਜਾਂ ਆਪਣੇ ਛੋਟੇ ਜਿਹੇ ਦਾਇਰੇ ਦੇ ਵਿੱਚ ਉਹ ਵਿਰੋਧ ਕਰਦੇ ਸੀ। ਹੁਣ ਉਹ ਵਿਰੋਧ ਕਿਸ ਕਿਸਮ ਦਾ ਵਿਰੋਧ ਸੀ? ਉਹ ਨੰਬਰ 1 ਤਾਂ ਪਹਿਲੀ ਗੱਲ ਇਹ ਕਿ ਉਹ ਚਾਹੁੰਦੇ ਸੀ ਕਿ ਅੰਗਰੇਜ਼ਾਂ ਨੇ ਜੋ ਇੱਥੇ ਸਿਵਲ ਐਡਮਿਨਿਸਟ੍ਰੇਸ਼ਨ ਜਾਂ ਜਿਸ ਤਰ੍ਹਾਂ ਦਾ ਰਾਜ ਪ੍ਰਬੰਧ ਇੱਥੇ ਬਣਾਇਆ, ਉਸ ਰਾਜ ਪ੍ਰਬੰਧ ਨੂੰ ਨਾ ਤਾਂ ਤੋੜਿਆ ਜਾ ਸਕਦਾ ਹੈ, ਨਾ ਉਹਦੇ ਨਾਲ ਲੜਿਆ ਜਾ ਸਕਦਾ ਹੈ, ਨਾ ਉਹਨੂੰ ਹੋਰ ਕਿਸੇ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ, ਪਰ ਉਹਦਾ ਬਾਈਕਾਟ ਕੀਤਾ ਜਾ ਸਕਦਾ ਹੈ। ਇਹ ਪ੍ਰਚਾਰ ਉਹਨਾਂ ਨੇ ਬੜੇ ਛੋਟੇ ਪੱਧਰ ਤੇ ਸ਼ੁਰੂ ਕਰਤਾ ਕਿ ਅੰਗਰੇਜ਼ਾਂ ਦੀ ਹਰ ਬਣਾਈ ਸੰਸਥਾ ਦਾ, ਬੇਸ਼ੱਕ ਉਹ ਰੇਲ ਹੋਏ, ਹਾਂ ਅੰਗਰੇਜ਼ਾਂ ਨੇ ਰੇਲ ਮਹਿਕਮਾ, ਡਾਕ ਤਾਰ ਮਹਿਕਮਾ, ਟਰਾਂਸਪੋਰਟ, ਇਹ ਸਾਰਾ ਕੁਝ ਸ਼ੁਰੂ ਕਰ ਲਿਆ ਸੀ ਜਾਂ ਆਉਂਦਿਆਂ ਹੀ ਉਹਨਾਂ ਨੇ ਕਰਨਾ ਸ਼ੁਰੂ ਕਰਤਾ ਸੀ। ਪਰ ਜਿਉਂ-ਜਿਉਂ ਅੰਗਰੇਜ਼ ਇਹ ਸਾਰੀਆਂ ਚੀਜ਼ਾਂ ਸ਼ੁਰੂ ਕਰਦੇ ਸੀ, ਬਾਬਾ ਰਾਮ ਸਿੰਘ ਉਸ ਦੇ ਵਿਰੁੱਧ ਪ੍ਰਚਾਰ ਕਰਦੇ ਸੀ ਕਿ ਇਹਨਾਂ ਦੀ ਵਰਤੋਂ ਨਹੀਂ ਕਰਨੀ ਅਸੀਂ, ਕਿਉਂਕਿ ਜੇ ਅਸੀਂ ਇਹਨਾਂ ਦੀ ਵਰਤੋਂ ਕਰਾਂਗੇ ਅਸੀਂ ਅਸਿੱਧੇ ਤੌਰ ਤੇ ਉਹਨਾਂ ਦੀ ਗੁਲਾਮੀ ਨੂੰ ਸਵੀਕਾਰ ਕਰ ਲਾਂਗੇ, ਸਿੱਧੇ ਤੌਰ ਤੇ ਹੀ ਉਹਨਾਂ ਦੀ ਗੁਲਾਮੀ ਨੂੰ ਸਵੀਕਾਰ ਕਰ ਲਾਂਗੇ। ਹੁਣ ਉਹ ਬੰਗਾਲ ਫੌਜ ਦੇ ਸਿਰ ਤੇ, ਡੰਡੇ ਦੇ ਸਿਰ ਤੇ ਉਹਨਾਂ ਨੇ ਸਾਨੂੰ ਗੁਲਾਮ ਬਣਾਇਆ, ਪਰ ਜਦੋਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਅਸੀਂ ਉਹਨਾਂ ਦੀ ਬਣਾਈਆਂ ਚੀਜ਼ਾਂ ਨੂੰ ਵਰਤੋਂ 'ਚ ਲਿਆਉਣ ਲੱਗ ਜਾਵਾਂਗੇ ਤਾਂ ਅਸੀਂ ਉਹਨਾਂ ਦੇ ਗੁਲਾਮ ਸਿੱਧੇ ਤੌਰ ਤੇ ਬਣ ਜਾਵਾਂਗੇ, ਜਿਹੜੀ ਗੱਲ ਉਹਨਾਂ ਨੂੰ ਸਵੀਕਾਰ ਨਹੀਂ ਸੀ। ਔਰ 1854 'ਚ ਅੰਗਰੇਜ਼ਾਂ ਨੇ ਸਕੂਲ ਬਾਕਾਇਦਾ, ਜਿਵੇਂ ਸ਼ਾਇਦ ਪਿਛਲੇ ਉਹਦੇ 'ਚ ਵੀ ਮੈਂ ਰੈਫਰੈਂਸ ਦਿੱਤਾ ਸੀ, ਇਹ ਐਜੂਕੇਸ਼ਨ ਡਿਪਾਰਟਮੈਂਟ ਖੋਲ੍ਹ ਕੇ ਆਪਣੇ ਮੁਤਾਬਕ ਐਜੂਕੇਸ਼ਨ ਦੇਣੀ, ਜਿਹਦੇ 'ਚ ਅੰਗਰੇਜ਼ੀ ਵਿੱਦਿਆ ਜ਼ਰੂਰੀ ਸੀ, ਉਹ ਦੇਣੀ ਸ਼ੁਰੂ ਕਰਤੀ ਸੀ। ਇਸ ਦੇ ਵੀ ਉਹ ਖਿਲਾਫ ਸੀ, ਇਸ ਦੇ ਵੀ ਉਹ ਵਿਰੋਧ 'ਚ ਸੀ। ਸੋ ਇਸ ਸਾਰੇ ਵਿਰੋਧਾਂ ਨਾਲ ਉਹਨਾਂ ਨੂੰ ਇਹ ਗੱਲ ਵੀ ਸਾਫ਼ ਸੀ ਕਿ ਜਦੋਂ ਤੱਕ ਕੋਈ ਇੱਕ ਬਾਕਾਇਦਾ ਆਰਗੇਨਾਈਜ਼ਡ ਸੰਸਥਾ ਨਹੀਂ ਬਣਦੀ, ਉਦੋਂ ਤੱਕ ਇਹਨਾਂ ਨੂੰ ਕਿਸੇ ਤਰ੍ਹਾਂ, ਕਿਸੇ ਪੱਧਰ ਤੇ ਵੀ ਕੋਈ ਤਕੜੀ ਟੱਕਰ ਨਹੀਂ ਦਿੱਤੀ ਜਾ ਸਕਦੀ ਅੰਗਰੇਜ਼ਾਂ ਨੂੰ। ਠੀਕ ਹੈ। ਔਰ ਉਸ ਲਈ ਉਹਨਾਂ ਨੇ ਇਹ ਛੋਟੇ ਪੱਧਰ ਤੇ ਤਾਂ ਉਹ ਕਰਦੇ ਰਹੇ, ਇਹ ਸਾਰੇ ਕੰਮ, ਬਾਈਕਾਟ ਕਰਨਾ ਇਹਨਾਂ ਦਾ, ਜਾਂ ਐਡਮਿਨਿਸਟ੍ਰੇਸ਼ਨ ਨੂੰ ਨਾ ਮੰਨਣਾ, ਇਹਨਾਂ ਦੀ ਕੋਰਟਸ ਦੇ ਵਿੱਚ ਨਾ ਜਾਣਾ, ਇਹਨਾਂ ਦੇ ਸਕੂਲਾਂ 'ਚ ਨਾ ਜਾਣਾ, ਪੈਰਲਲ ਆਪਣੇ ਸਕੂਲ ਖੋਲ੍ਹਣੇ, ਇਹ ਸਾਰਾ ਕੁਛ। ਇਸ ਦੇ ਨਾਲ ਦੋ ਗੱਲਾਂ ਹੋਰ ਉਹਨਾਂ ਦੇ ਮਨ 'ਚ ਸੀ, ਜਿਹੜੀਆਂ ਗੱਲਾਂ ਬਹੁਤ ਅੱਗੇ ਜਾ ਕੇ ਵੱਡੀਆਂ ਬਣਦੀਆਂ ਨੇ। ਉਹ ਦੋ ਗੱਲਾਂ ਨੇ ਸਮਾਜ ਦੇ ਵਿੱਚ ਸੁਧਾਰ ਕਰਨ ਦੀਆਂ। ਸਮਾਜ, ਕਿਉਂਕਿ ਸਾਡਾ ਸਮਾਜ ਇੰਨਾ ਨਿੱਘਰ ਚੁੱਕਾ ਸੀ। ਰਣਜੀਤ ਸਿੰਘ ਨੇ ਖਾਲਸਾ ਰਾਜ ਤਾਂ ਸਥਾਪਿਤ ਕਰ ਲਿਆ, ਪਰ ਸਮਾਜਿਕ ਨਿਘਾਰ ਜਿਹੜਾ ਹੋ ਰਿਹਾ ਸੀ ਜਨਤਾ ਦਾ, ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਸੱਭਿਆਚਾਰਕ ਨਿਘਾਰ ਬਹੁਤ ਚਰਮ ਸੀਮਾ ਤੱਕ ਪਹੁੰਚਿਆ ਹੋਇਆ ਸੀ। ਉਸ ਨਿਘਾਰ ਨੂੰ ਮੁੜ ਕੇ ਫੇਰ ਸੁਧਾਰਨ ਦੇ ਯਤਨਾਂ ਵੱਲ ਵੀ ਉਹਨਾਂ ਦਾ ਧਿਆਨ ਸੀ, ਔਰ ਐਜੂਕੇਸ਼ਨ ਵੱਲ ਵੀ, ਔਰ ਖ਼ਾਸ ਤੌਰ ਤੇ ਜਿਹੜੀ ਛੋਟੀ ਕਿਸਾਨੀ ਸੀ, ਛੋਟੀ ਕਿਸਾਨੀ, ਛੋਟੇ ਖੇਤੀ ਨਾਲ ਸੰਬੰਧਿਤ ਲੋਕ, ਜਾਂ ਜਿਹੜੇ ਹੋਰ ਕਿਸਾਨੀ ਨਾਲ ਸੰਬੰਧਿਤ ਕਿੱਤਿਆਂ ਨਾਲ ਜਿਹੜੇ ਲੋਕ ਸੀ, ਉਹਨਾਂ ਲੋਕਾਂ ਨੂੰ ਵੀ ਸਮਾਜਿਕ ਪੱਧਰ ਤੇ, ਸੱਭਿਆਚਾਰਕ ਪੱਧਰ ਤੇ ਉੱਤੇ ਉਠਾਉਣਾ, ਇਹ ਵੀ ਉਹਨਾਂ ਦੇ ਮੁੱਖ ਕੰਮਾਂ 'ਚੋਂ ਇੱਕ ਕੰਮ ਉਹਨਾਂ ਦੇ ਮਨ 'ਚ ਚਿਤਵਿਆ ਹੋਇਆ ਸੀ। ਨਾਮ ਸਿਮਰਨ ਵੀ, ਕਿਉਂਕਿ ਖਾਲਸਾ ਰਾਜ ਉਹਨਾਂ ਨੇ ਦੇਖਿਆ, ਖੁਦ ਉਹ ਸਿੱਖ ਟ੍ਰੈਡੀਸ਼ਨ ਦੇ ਵਿੱਚੋਂ ਆਏ ਸੀ। ਇਸ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਿਘਾਰ ਆ ਰਹੇ ਸੀ, ਇਸ ਨੂੰ ਵੀ ਸੁਧਾਰਨ ਦਾ ਟੀਚਾ ਉਹਨਾਂ ਦੇ ਮਨ 'ਚ ਸੀ, ਨਾਮ ਸਿਮਰਨ ਦਾ, ਕਿ ਨਾਮ ਸਿਮਰਨ ਕਰਕੇ ਹੀ ਆਦਮੀ ਪਵਿੱਤਰ ਹੋ ਸਕਦਾ ਹੈ। ਔਰ ਅੰਦਰੋਂ ਜੇ ਆਤਮਿਕ ਤੌਰ ਤੇ ਆਦਮੀ ਤਕੜਾ ਹੈ ਤਦ ਹੀ ਉਹ ਕਿਸੇ ਬਾਹਰੀ ਸ਼ਕਤੀ ਨਾਲ ਲੜਾਈ ਲੜ ਸਕਦਾ ਹੈ। ਜੇ ਅੰਦਰੋਂ ਕਮਜ਼ੋਰ ਹੈ ਉਹ, ਤਾਂ ਬਾਹਰਲੀ ਸ਼ਕਤੀ ਨਾਲ ਕਿਸੇ ਨਾਲ ਲੜਾਈ ਨਹੀਂ ਲੜ ਸਕਦਾ। ਇਸ ਪੱਖੋਂ ਵੀ ਉਹਨਾਂ ਨੇ ਸੁਧਾਰ ਦੇ ਕਰਨ ਦੇ ਯਤਨ ਕੀਤੇ, ਔਰ ਉਹਦੇ 'ਚ ਬੜੇ ਅੱਗੇ ਜਾ ਕੇ ਆਪਾਂ ਵਿਸਤਾਰ 'ਚ ਗੱਲ ਕਰਾਂਗੇ ਉਸ ਸੰਬੰਧੀ ਵੀ। ਉਸ ਸੰਬੰਧੀ ਵੀ ਉਹਨਾਂ ਦੇ ਖਾਸ ਤੌਰ ਤੇ ਸਿੱਖ ਧਰਮ ਸੰਬੰਧੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਤੱਕ, ਗੁਰੂ ਗੋਬਿੰਦ ਸਿੰਘ ਨੂੰ ਗੁਰੂ ਮੰਨਿਆ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਉਹਨਾਂ ਨੇ ਮੰਨਿਆ, ਆਦਿ ਗ੍ਰੰਥ ਨੂੰ ਸਤਿਕਾਰ ਉਹਨਾਂ ਨੇ ਦਿੱਤਾ। ਨਾਲ ਦੀ ਨਾਲ ਉਸ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ, ਜਿਹੜੀ ਕਿ ਅੱਜ ਕੱਲ੍ਹ ਸ਼ਾਇਦ ਥੋੜ੍ਹੀ ਬਹੁਤ ਕਿਤੇ ਨਾ ਕਿਤੇ ਕੰਟਰੋਵਰਸ਼ੀਅਲ ਵੀ ਹੈ, ਉਸ ਨੂੰ ਵੀ ਸਵੀਕਾਰ ਕੀਤਾ ਉਹਨਾਂ ਨੇ। ਚੰਡੀ ਦੀ ਵਾਰ ਨੂੰ ਵਿਸ਼ੇਸ਼ ਤੌਰ ਤੇ ਉਸ ਦੇ ਸਿਮਰਨ ਕਰਨ ਦਾ ਉਹਨਾਂ ਨੇ ਬਹੁਤ ਆਦੇਸ਼ ਦਿੱਤਾ ਆਪਣੀ ਸਾਰੀ ਦੀ ਸਾਰੀ ਸੰਗਤ ਨੂੰ। ਇਸ ਦਾ ਕਲਾਈਮੈਕਸ ਜਾ ਕੇ, ਕਲਾਈਮੈਕਸ ਬਾਰੇ ਵੀ ਆਪਾਂ ਜਾਣਦੇ ਹਾਂ, ਲੇਕਿਨ ਸਮਾਂ ਜੀ ਫਿਰ ਇੱਕ ਬ੍ਰੇਕ ਦਾ ਹੋ ਗਿਆ। ਸੋ ਇਸ ਬ੍ਰੇਕ ਤੋਂ ਬਾਅਦ ਜਿਹੜੀ ਅਗਲੀ ਜਾਣਕਾਰੀ ਹੈ ਉਹ ਸਰਦਾਰ ਰਾਮ ਸਿੰਘ ਹੋਣਾ ਕੋਲ ਲੈਂਦੇ ਹਾਂ ਜੀ।
इस वक्फे तो बाद फिर तो तुहाडा स्वागत है प्रोग्राम प्राइम हिस्टरी विच। और इस वक्फे तो पहला सरदार राम सिंह जिक्र कर रहे सी किवें नामधारी परंपरा के पहले गुरु सतगुरु राम सिंह जदों अपने पिंड आउंदे ने और फिर अंग्रेज़ां दा सारा सिस्टम वेखदे पए ने कि किवें पंजाब दे उपर काबज़ हो गए ने और इस सारे सिस्टम नूं तोड़ना औखा है, बाईकाट कर दिता जाए। उन्होंने सुभाਅ ਦੇ ਵਿੱਚ बहुत तब्दीलियां आ रही ने, उस तब्दीलियां की गल कर रहे सी। और की क्लाइमैक्स सी ਉਹਦੀ ਗੱਲ ਜਿਹੜੀ ਆ ਵਕਫੇ ਤੋਂ ਪਹਿਲਾਂ ਸਰਦਾਰ ਰਾਮ ਸਿੰਘ ਸਾਨੂੰ ਦੱਸਣ ਵਾਲੇ ਸੀ, ਉਹ ਜਾਣਦੇ ਹਾਂ ਕਲਾਈਮੈਕਸ ਕੀ ਸੀ। ਸਰ ਤੁਸੀਂ ਕਲਾਈਮੈਕਸ ਦੀ ਗੱਲ ਕਰ ਰਹੇ ਸੀ। ਹਾਂਜੀ, ਆਖਰ 1857 ਦਾ ਉਹ ਵਰ੍ਹਾ ਆ ਜਾਂਦਾ ਹੈ, ਉਹ ਸਾਲ ਆ ਜਾਂਦਾ ਹੈ ਜੀ, ਜਿਹੜਾ ਹਿੰਦੁਸਤਾਨ ਦੀ ਰਾਜਨੀਤੀ 'ਚ ਬਹੁਤ ਵੱਡੀ ਤਬਦੀਲੀ ਦਾ ਸਮਾਂ ਹੈ ਜੀ। ਉਸੇ ਸਮੇਂ 'ਚ ਨਾਮਧਾਰੀ ਲਹਿਰ ਦਾ ਬਾਕਾਇਦਾ ਜਨਮ ਹੁੰਦਾ ਹੈ, ਬਾਕਾਇਦਾ ਤੌਰ 'ਤੇ। ਠੀਕ ਹੈ। ਉਸ ਤੋਂ ਪਹਿਲਾਂ ਬਾਬਾ ਰਾਮ ਸਿੰਘ ਦੇ ਨਿੱਜੀ ਯਤਨ ਸੀ, ਪਰ ਉਸ ਨੂੰ ਇੱਕ ਆਰਗੇਨਾਈਜ਼ਡ, ਇੱਕ ਪੂਰਾ ਪ੍ਰਬੰਧ ਕਰਕੇ ਲਹਿਰ ਦੇ ਤੌਰ 'ਤੇ, ਮੂਵਮੈਂਟ ਦੇ ਤੌਰ 'ਤੇ ਚਲਾਉਣਾ ਇਹ 1857 'ਚ ਹੀ ਸੰਭਵ ਹੁੰਦਾ ਹੈ। ਠੀਕ ਹੈ। ਔਰ ਇਹ 1857 ਸਾਲ ਦਾ 1.5 ਮਹੀਨਾ ਇਤਨਾ ਅਹਿਮ ਹੈ। ਹੁਣ 1.5 ਮਹੀਨਾ ਮੈਂ ਕਿੱਥੋਂ ਸ਼ੁਰੂ ਕਰਦਾ ਹਾਂ? 1.5 ਮਹੀਨਾ 29 ਮਾਰਚ 1857 ਨੂੰ ਮੰਗਲ ਪਾਂਡੇ ਨਾਂ ਦਾ ਫੌਜੀ ਜਿਹੜਾ ਬੰਗਾਲ ਮਿਲਟਰੀ ਦੇ ਵਿੱਚ, ਬੰਗਾਲ ਆਰਮੀ ਦੇ ਵਿੱਚ ਸੀ ਜੀ, ਉਹ ਬੈਰਕਪੁਰ ਨਾਂ ਦੀ ਛਾਉਣੀ ਦੇ ਵਿੱਚ ਜਿਹੜੀ ਕਲਕੱਤੇ ਦੇ ਨੇੜੇ ਸੀ ਜੀ, ਉੱਥੇ ਉਹ ਆਪਣੇ 2 ਅੰਗਰੇਜ਼ ਅਫਸਰਾਂ ਤੇ ਗੋਲੀ ਚਲਾਉਂਦਾ ਹੈ। ਠੀਕ ਹੈ। 29 ਮਾਰਚ 29 ਮਾਰਚ ਨੂੰ ਉਹਨਾਂ ਨੂੰ ਗੋਲੀ ਚਲਾ ਕੇ ਫੱਟੜ ਕਰਦਾ ਹੈ। ਇੱਕ ਅੰਗਰੇਜ਼ ਅਫਸਰ ਦੇ ਹੁਕਮ ਨਾਲ ਇੱਕ ਰਾਜਪੂਤ ਸਿਪਾਹੀ ਹੀ ਮੰਗਲ ਪਾਂਡੇ ਨੂੰ ਕਾਬੂ ਕਰਦਾ, ਫੜਦਾ। ਠੀਕ ਹੈ। ਫੜਨ ਤੋਂ ਬਾਅਦ 8 ਅਪ੍ਰੈਲ ਨੂੰ, ਤਕਰੀਬਨ 10 ਦਿਨਾਂ ਬਾਅਦ ਹੀ ਮੰਗਲ ਪਾਂਡੇ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ, ਉੱਥੇ ਹੀ ਉਸੇ ਛਾਉਣੀ ਦੇ ਵਿੱਚ ਹੀ ਬੈਰਕਪੁਰ 'ਚ। ਠੀਕ ਹੈ। ਉਸ ਤੋਂ 8 ਅਪ੍ਰੈਲ ਤੋਂ ਠੀਕ 4 ਦਿਨ ਬਾਅਦ 12 ਅਪ੍ਰੈਲ 57 ਨੂੰ ਭੈਣੀ ਵਿਖੇ ਬਾਬਾ ਰਾਮ ਸਿੰਘ ਇੱਕ ਗੈਦਰਿੰਗ ਕਰਦਾ, ਇੱਕ ਇਕੱਠ ਕਰਦਾ ਜੀ, ਔਰ ਉਸ ਇਕੱਠ 'ਚੋਂ ਸਫੇਦ ਰੰਗ ਦਾ ਝੰਡਾ ਲਹਿਰਾ ਕੇ ਉਹਦੇ ਥੱਲੇ ਬਾਕਾਇਦਾ ਇੱਕ ਆਰਗੇਨਾਈਜੇਸ਼ਨ, ਇੱਕ ਪ੍ਰਬੰਧਕੀ ਢਾਂਚਾ ਆਪਣੀ ਮੂਵਮੈਂਟ ਦਾ ਉਹ ਸਥਾਪਿਤ ਕਰਦਾ ਹੈ। ਉਹ ਸਥਾਪਿਤ ਕਰਨ 'ਚੋਂ 22 ਸੂਬੇ ਨਿਯੁਕਤ ਕਰਦਾ, ਜਿਹੜੇ ਸੂਬੇ ਪੰਜਾਬ ਦੀ ਅਲੱਗ-ਅਲੱਗ ਥਾਵਾਂ ਤੋਂ ਇਲਾਵਾ ਜੀ ਹਿੰਦੁਸਤਾਨ 'ਚ ਵੀ ਅਲੱਗ-ਅਲੱਗ ਥਾਵਾਂ 'ਤੇ, ਜਿਵੇਂ ਗਵਾਲੀਅਰ 'ਚ, ਭੋਪਾਲ 'ਚ, ਬਨਾਰਸ ਦੇ ਵਿੱਚ, ਲਖਨਊ ਦੇ ਵਿੱਚ, ਇਹਨਾਂ ਥਾਵਾਂ 'ਤੇ, ਦਿੱਲੀ ਦੇ ਵਿੱਚ, ਇਹਨਾਂ ਥਾਵਾਂ 'ਤੇ ਆਪਣੇ ਸੂਬੇ ਨਿਯੁਕਤ ਕਰਦਾ ਹੈ। ਉਹ ਸੂਬੇ ਦਾ ਮਤਲਬ ਉਹ ਸਾਰੇ ਇਲਾਕੇ ਦਾ ਪ੍ਰਬੰਧ ਦੇਖਣਾ ਔਰ ਉਸ ਪ੍ਰਬੰਧ ਨੂੰ ਜਿਸ ਤਰ੍ਹਾਂ ਦੀਆਂ ਡਾਇਰੈਕਸ਼ਨਸ ਮੂਵਮੈਂਟ ਦੀਆਂ ਹੋਣਗੀਆਂ ਉਹਨਾਂ ਦੇ ਮੁਤਾਬਕ ਅੱਗੇ ਚਲਾਉਣਾ, ਆਪਣੀ ਆਰਗੇਨਾਈਜੇਸ਼ਨ ਨੂੰ ਹੋਰ ਮਜ਼ਬੂਤ ਬਣਾਉਣਾ ਜੀ। ਔਰ ਉਹਨਾਂ ਸੂਬਿਆਂ ਨਾਲ ਦੀ ਨਾਲ ਹੀ ਉਹ ਜਿਹੜੀਆਂ ਕੁਛ ਸਰਕਾਰਾਂ ਉਸ ਵੇਲੇ ਅਲੱਗ-ਅਲੱਗ ਥਾਵਾਂ 'ਤੇ ਵੀ, ਜਿਵੇਂ ਨੇਪਾਲ ਸੀ, ਭੂਟਾਨ ਸੀ। ਮੈਂ ਮਾਫ ਕਰਨਾ, ਤੁਸੀਂ ਵੱਖ-ਵੱਖ ਸੂਬਿਆਂ ਦੀ ਗੱਲ ਕੀਤੀ, ਵੈਸੇ ਸਵਾਲ ਥੋੜਾ ਜਿਹਾ ਬਾਹਰ ਆਏ, ਲੇਕਿਨ ਇੱਕਦਮ ਉਤਸੁਕਤਾ ਜਾਗੀ ਮੇਰੇ ਮਨ ਦੇ ਵਿੱਚ। ਸ਼ੁਰੂ ਤੋਂ ਹੀ ਜਿਹੜਾ ਪੰਜਾਬ ਹੈ ਉਹ ਕੇਂਦਰੀ ਤੁਰਾ ਰਿਹਾ ਹੈ। ਜਦੋਂ ਵੀ ਹਮਲਾਵਰ ਵੀ ਆਏ, ਦਿੱਲੀ ਰਾਜਧਾਨੀ ਇੱਥੋਂ ਲੰਘ ਕੇ ਲਤਾੜ ਕੇ ਆਉਂਦੇ ਰਹੇ, ਅੰਗਰੇਜ਼ਾਂ ਦਾ ਰਾਜ ਵੀ ਰਿਹਾ। ਬਹੁਤੇ ਦੇਸ਼ ਭਗਤ ਜੇ ਆਪਾਂ ਗੱਲ ਕਰੀਏ ਉਹ ਬੰਗਾਲ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ ਹੋਏ ਨੇ। ਪੂਰੇ ਭਾਰਤ ਦੇ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਸੀ। ਬਾਕੀ ਸੂਬਿਆਂ ਵਾਲੇ ਜਿਹੜੇ ਸੀਗੇ ਉਹ ਸੁੱਤੇ ਰਹੇ, ਉਹਨਾਂ ਨੂੰ ਮਤਲਬ ਕਦੀ ਖਿਆਲ ਨਹੀਂ ਆਇਆ ਸੀ ਗੁਲਾਮ ਹੈ। ਜਾਂ ਜਿਹੜੇ ਆਪਾਂ ਥੱਲੇ ਸਾਊਥ ਵੱਲ ਜੇ ਹੋਰ ਸਟੇਟਾਂ ਦਾ ਜ਼ਿਕਰ ਕਰੀਏ, ਉਹ ਤਾਂ ਮਤਲਬ ਮੈਨੂੰ ਇਹਦੇ ਬਾਰੇ ਨਹੀਂ ਪਤਾ, ਤਾਂ ਹੀ ਮੈਂ ਜਾਣਨਾ ਚਾਹੁੰਦਾ ਕਿ ਵੀ 2-2.5 ਸਾਲ ਅੰਗਰੇਜ਼ਾਂ ਦੇ ਜਿਹੜਾ ਰਾਜ ਰਿਹਾ ਉਹਦੇ ਵਿੱਚ ਉਹਨਾਂ ਦਾ ਕਿਤੇ ਜ਼ਿਕਰ ਜ਼ਿਕਾਰ ਨਹੀਂ ਹੁੰਦਾ। ਮਤਲਬ ਉਹ ਦੀਨਗੀ ਮੰਨ ਕੇ ਜੀ ਹਜ਼ੂਰੀ ਕਰਦੇ ਰਹੇ ਜਾਂ ਕੀ ਸੀ ਉਧਰ ਦਾ ਸਿਸਟਮ? ਨਹੀਂ, ਇਸ ਤਰ੍ਹਾਂ ਨਹੀਂ ਕਿ ਸਿੱਧੇ ਤੌਰ ਤੇ ਉਹਨਾਂ ਨੇ ਜੀ ਹਜ਼ੂਰੀ ਮੰਨ ਲਈ ਹੈ, ਉਹਨੂੰ ਸਵੀਕਾਰ ਹੀ ਕਰ ਲਿਆ। ਉਹਨਾਂ ਦਾ ਵਿਰੋਧ ਹੁੰਦਾ ਰਿਹਾ ਪਹਿਲਾਂ ਵੀ। ਹੁਣ ਟਿੱਪੂ ਸੁਲਤਾਨ ਨੇ ਬੜੀ ਅੱਛੀ ਉਹਨਾਂ ਨੂੰ ਟੱਕਰ ਦਿੱਤੀ ਹੈ, ਜਾਂ ਹੋਰ ਵੀ ਲੋਕਲ। ਪਰ ਅਸੀਂ ਛੋਟੇ ਰਾਜਾਂ 'ਚ ਇੰਨਾ ਵੰਡਿਆ ਹੋਇਆ ਸੀ ਕਿ ਇੱਕ ਰਾਜੇ ਨੂੰ ਦੂਜੇ ਦੇ ਖਿਲਾਫ ਅੰਗਰੇਜ਼ ਵਰਤਦੇ ਰਹੇ। ਇੱਕ ਦੀ ਸਹਾਇਤਾ ਕਰ ਦੇਣੀ, ਉਸ ਨੂੰ ਨਾਲ ਲੈ ਕੇ ਦੂਜੇ ਤੇ ਹਮਲਾ ਕਰ ਦੇਣਾ, ਉਸ ਨੂੰ ਆਪਣੇ ਅਧੀਨ ਕਰ ਲੈਣਾ। ਬਹੁਤ ਛੋਟੇ ਟੁਕੜਿਆਂ 'ਚ ਹਿੰਦੁਸਤਾਨ ਨੂੰ
ਅਧੀਨ ਕੀਤਾ ਉਹਨਾਂ ਨੇ। ਅਵਧ ਦਾ ਜਿਸ ਤਰ੍ਹਾਂ ਅਵਧ ਦਾ ਮਸਲਾ ਸੀ, ਇੱਕ ਨੂੰ ਆਪਣੇ ਨਾਲ ਲੈ ਲੈਣਾ, ਦੂਜੇ ਨੂੰ ਉਸ ਦੇ ਹੁਣ ਕਲਾਈਵ ਦੀ ਜਿਹੜੀ ਨੀਤੀ ਸੀ ਉਸ ਵੇਲੇ ਉਹ ਇਸੇ ਤਰ੍ਹਾਂ ਸੀ ਕਿ ਇੱਕ ਦੀ ਸਹਾਇਤਾ ਕਰਨੀ, ਦੂਜਿਆਂ ਨੂੰ ਹਰਾ ਕੇ ਆਪਣੇ ਨਾਲ ਲੈ ਲੈਣਾ। ਇਸ ਤਰ੍ਹਾਂ ਦੀ ਇਹ ਨਹੀਂ ਕਿ ਵਿਰੋਧ ਨਹੀਂ ਹੁੰਦਾ ਰਿਹਾ, ਵਿਰੋਧ ਹੁੰਦਾ ਰਿਹਾ, ਪਰ ਉਹ ਵਿਰੋਧ ਬੜਾ ਟੁੱਟਵਾਂ ਜਾਂ ਟੁਕੜਿਆਂ 'ਚ ਵੰਡਿਆ ਹੋਇਆ ਵਿਰੋਧ ਸੀ। ਇੱਕ ਬਾਕਾਇਦਾ ਆਰਗੇਨਾਈਜ਼ਡ ਸਾਰੇ ਹਿੰਦੁਸਤਾਨ ਦੇ ਤੌਰ ਤੇ ਉਹ ਕੋਈ ਨਹੀਂ ਸੀ। ਈਵਨ 1857 ਜਿਹਦੀ ਆਪਾਂ ਗੱਲ ਕਰਦੇ ਹਾਂ, ਇਹ ਵੀ ਕੋਈ ਬਾਕਾਇਦਾ ਸਾਰੇ ਹਿੰਦੁਸਤਾਨ ਪੱਧਰ ਦੀ ਇੱਕ ਆਰਗੇਨਾਈਜ਼ਡ ਜੰਗ ਨਹੀਂ ਸੀ ਅੰਗਰੇਜ਼ਾਂ ਦੇ ਖਿਲਾਫ। ਬਿਲਕੁਲ ਠੀਕ। ਇਹ ਵੀ ਵਿਖਰੀ ਹੋਈ ਟੁਕੜਿਆਂ, ਕੋਈ ਕਿਤੇ ਔਰ ਆਪਸ ਦੇ ਵਿੱਚ ਕੋਈ ਕਿਸੇ ਦਾ ਸੰਪਰਕ ਨਹੀਂ, ਕੋਈ ਕੀ ਕਰ ਰਿਹਾ ਕੋਈ ਕੀ ਨਹੀਂ ਕਰ ਰਿਹਾ, ਇਸ ਦਾ ਕੋਈ ਸੰਪਰਕ ਨਹੀਂ। ਜਿਵੇਂ ਸਟੇਟ ਜਿਹੜੇ ਛੋਟੇ ਰਾਜੇ ਸੀ, ਰਾਣੀ ਝਾਂਸੀ ਸੀ ਜਾਂ ਤਾਂਤੀਆ ਤੋਪੇ ਸੀ ਜਾਂ ਇਸ ਤਰ੍ਹਾਂ ਦੇ ਹੋਰ ਸੀ ਜਿਹੜੇ, ਇਹਨਾਂ ਦਾ ਲਾਹੌਰ ਇਹਦੇ ਨਾਲ ਮੇਰਠ ਨਾਲ ਜਿੱਥੋਂ ਇਹ ਸ਼ੁਰੂ ਹੁੰਦਾ ਹੈ, ਉਹਨਾਂ ਦੀ ਫੌਜ ਨਾਲ ਉਸ ਨਾਲ ਕੋਈ ਸੰਬੰਧ ਨਹੀਂ ਸੀ ਇਹਨਾਂ ਦਾ, ਆਪਸ ਦੇ ਵਿੱਚ ਕੋਈ ਕੋਆਰਡੀਨੇਸ਼ਨ ਨਹੀਂ ਸੀ। ਖੈਰ ਚਲੋ, ਸੂਬੇ ਦਾ ਮਤਲਬ ਸਟੇਟ ਨਹੀਂ, ਸੂਬੇ ਦਾ ਮਤਲਬ ਗਵਰਨਰ ਹੈ। ਐਕਚੁਅਲੀ ਗਵਰਨਰ ਜਿਹੜੇ ਰਾਮ ਸਿੰਘ ਨੇ ਅਪੁਆਇੰਟ ਕੀਤੇ ਅਲੱਗ-ਅਲੱਗ ਥਾਵਾਂ ਤੇ। ਬਿਲਕੁਲ ਠੀਕ ਤੁਹਾਡੀ ਗੱਲ। ਅੱਛਾ, ਇਹ ਕਰਕੇ ਆਪਣੀ ਆਰਗੇਨਾਈਜੇਸ਼ਨ ਨੂੰ, ਆਪਣੀ ਸੰਸਥਾ ਨੂੰ ਮਜ਼ਬੂਤ ਕਰਨਾ ਸੀ, ਜਿਸ ਦੇ ਮਕਸਦ ਬਹੁਤ ਵੱਡੀ ਸੀ। ਜੀ, ਇਹ ਫਿਰ ਸੰਸਥਾ ਹੌਲੀ ਹੌਲੀ ਕਿਵੇਂ ਮਜ਼ਬੂਤ ਹੋਈ ਤੇ ਅੱਗੋਂ ਫਿਰ ਇਹਨਾਂ ਦੀਆਂ ਕਿਹੜੀਆਂ ਕਾਰਵਾਈਆਂ ਰਹੀਆਂ, ਇਹ ਜਾਣਨਾ ਬਹੁਤ ਜ਼ਰੂਰੀ ਹੈ ਔਰ ਡਿਟੇਲ ਦੇ ਨਾਲ ਜਾਣਾਂਗੇ ਤੁਹਾਡੇ ਨਾਲ, ਵਿਸਥਾਰ ਦੇ ਨਾਲ। ਲੇਕਿਨ ਪ੍ਰੋਗਰਾਮ ਦਾ ਸਮਾਂ ਜੀ ਅੱਜ ਦਾ ਸਮਾਪਤ ਹੋ ਗਿਆ ਤੇ ਅਗਲੀ ਵਾਰੀ ਫਿਰ ਆਪਾਂ ਇਹ ਡਿਟੇਲ ਜ਼ਰੂਰ ਜਾਣਾਂਗੇ। ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਧੰਨਵਾਦ ਜੀ। ਬਹੁਤ ਕਹਿੰਦੇ ਨਾ, ਜਿਹੜੇ ਦਿਮਾਗ ਦੇ ਉੱਪਰ ਜਾਲੇ ਲੱਗੇ ਹੁੰਦੇ ਹੌਲੀ ਹੌਲੀ ਮੇਰੇ ਤਾਂ ਖੁੱਲ੍ਹ ਰਹੇ ਨੇ, ਪਤਾ ਲੱਗ ਰਿਹਾ ਕਿ ਕਿਵੇਂ ਬਾਰੀਕੀ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੀ ਖਾਸ ਤੌਰ ਤੇ ਉੱਪਰ ਕੂਕਾ ਲਹਿਰ ਜਿਹੜੀ ਆ ਉਹ ਵਿਕਸਿਤ ਹੋਈ, ਨੀਂਹ ਪੱਥਰ ਰੱਖਿਆ ਗਿਆ ਤੇ ਫਿਰ ਕਿਵੇਂ ਬਾਅਦ ਦੇ ਵਿੱਚ ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਆ ਮੁਹਿੰਮ ਵਿੱਢੀ। ਇਹਦੇ ਬਾਰੇ ਅਗਲੀ ਜਾਣਕਾਰੀ ਅਗਲੇ ਪ੍ਰੋਗਰਾਮ ਦੇ ਵਿੱਚ ਲਵਾਂਗੇ, ਕਿਉਂਕਿ ਹੁਣ ਦਾ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਤੇ ਤੁਸੀਂ ਸਾਰੇ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਹਰ ਰੋਜ਼ ਆਪਣੇ ਫੇਵਰਿਟ ਸ਼ੋਅ ਦੇਖਣ ਲਈ ਹੋਵੇਗੀ ਭੱਜ ਨੱਠ, ਕਿਉਂਕਿ ਬ੍ਰਿਟ ਏਸ਼ੀਆ ਤੇ ਪ੍ਰਾਈਮ ਏਸ਼ੀਆ ਨੇ ਮਿਲਾ ਲਏ ਨੇ ਹੱਥ। ਹਰ ਰੋਜ਼ ਦੇਖੋ ਪ੍ਰਾਈਮ ਏਸ਼ੀਆ TV ਦੇ ਹਿੱਟ ਸ਼ੋਜ਼ ਹੁਣ ਬ੍ਰਿਟ ਏਸ਼ੀਆ TV ਤੇ। ਦੇਸ਼ ਦੁਨੀਆ ਦੀਆਂ ਖਬਰਾਂ ਲਈ ਪ੍ਰਾਈਮ ਨਿਊਜ਼ ਸਵੇਰੇ 7 ਵਜੇ, ਪ੍ਰਾਈਮ ਵੂਮਨ ਬੇਸਡ ਔਨ ਵੂਮਨਸ ਇਸ਼ੂਜ਼ ਸਵੇਰੇ 7:30 ਵਜੇ, ਕਲਚਰਲ ਸ਼ੋਅ ਵਿਦ ਮਿਊਜ਼ਿਕ ਪ੍ਰਾਈਮ ਜ਼ਿੰਦਗੀ ਸਵੇਰੇ 8 ਵਜੇ, ਰਿਲੀਜੀਅਸ ਇਸ਼ੂਜ਼ ਲਈ ਪ੍ਰਾਈਮ ਚਰਚਾ ਤੇ ਐਂਟਰਟੇਨਮੈਂਟ ਲਈ ਪ੍ਰਾਈਮ ਟਾਈਮ ਸਵੇਰੇ 9 ਵਜੇ, ਬੇਸਡ ਔਨ ਡੇਲੀ ਕਰੰਟ ਪੋਲੀਟੀਕਲ ਇਸ਼ੂਜ਼ ਪ੍ਰਾਈਮ ਫੋਕਸ ਸ਼ਾਮ 5 ਵਜੇ, ਜੱਜ ਦਾ ਵਿਚਾਰ ਮਿਊਜ਼ੀਕਲ ਕਾਮੇਡੀ ਸ਼ੋਅ ਐਂਡ ਇੰਟਰਵਿਊਜ਼ ਵਿਦ ਪੰਜਾਬੀ ਸਟਾਰਸ ਸ਼ਾਮ 6 ਵਜੇ, ਬੇਤੜਕ ਤੇ ਪੱਖਪਾਤ ਰਹਿਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸ਼ੋਅ ਪ੍ਰਾਈਮ ਡਿਸਕਸ਼ਨ ਦੇਖੋ ਸ਼ਾਮ 7 ਵਜੇ। ਤੇ ਕੀ ਰਿਹਾ ਅਖਬਾਰਾਂ ਦੀਆਂ ਸੁਰਖੀਆਂ 'ਚ ਦੱਸਣਗੇ ਸਵਰਨ ਟੈਣਾ, ਖਬਰ ਦੀ ਖਬਰ ਸ਼ਾਮ 7:30 ਵਜੇ। ਸੋ 50 ਦੇ ਕਰੀਬ ਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਟੀਵੀ ਸੈਟਸ ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਪ੍ਰੀਵਿਊ ਚੈਨਲ ਨੰਬਰ 264 ਤੇ। ਬ੍ਰਿਟ ਏਸ਼ੀਆ TV ਹੈ ਜਿੱਥੇ ਪ੍ਰਾਈਮ ਏਸ਼ੀਆ TV ਹੈ ਉੱਥੇ।